ਕਿਸੇ ਆਮ ਸਿੱਖ ਨੂੰ ਵੀ ਪੁੱਛ ਲਓ, ਵੀ ਦੱਸ ਦੇਗਾ ਕਿ ਜ਼ਬਰਦਸਤੀ ਇਹ ਛਡਾਇਆ ਗਿਆ ਜੀ, ਜਦੋਂ ਕਿ ਛੱਡਿਆ ਨਹੀਂ ਗਿਆ ਜੀ, ਲਾਇਆ ਵੀ ਜ਼ਬਰਦਸਤੀ ਗਿਆ ਗਿਆਨੀ ਰਘਬੀਰ ਸਿੰਘ ਨੂੰ, ਕਿਉਂਕਿ ਉਹ ਤਾਂ ਹੈਡ ਗ੍ਰੰਥੀ ਦਰਬਾਰ ਸਾਹਿਬ ਲੱਗਣਾ ਚਾਹੁੰਦੇ ਸੀਗੇ। ਸਿੱਖਾਂ ਨੂੰ ਨਾ ਪਤਾ ਹੋਵੇ, ਬੇਦਾਂਤੀ ਸਾਹਿਬ ਦੀ ਬੇਟੀ ਤੇ ਜਥੇਦਾਰ ਗੁਰਬਚਨ ਸਿੰਘ ਦੇ ਬੇਟੇ ਦੀ ਇੰਗੇਜਮੈਂਟ ਹੋਈ ਸੀ, ਵਿਆਹ ਹੋਣਾ ਸੀ, ਪਰ ਉਹ ਮੰਗਣੀ ਟੁੱਟ ਗਈ ਇਸੇ ਵਜ੍ਹਾ ਕਰਕੇ ਕਿ ਉਹ ਜਿਸ ਨੂੰ ਹਟਾਇਆ ਜਾ ਰਿਹਾ ਸੀ ਉਹਨਾਂ ਦੀ ਬੇਟੀ ਸੀ ਤੇ ਜਿਹਨੂੰ ਲਾਇਆ ਜਾ ਰਿਹਾ ਸੀ ਉਹਨਾਂ ਦਾ ਬੇਟਾ, ਇੰਗੇਜਮੈਂਟ ਸੀਗੀ। ਤੇ ਜਥੇਦਾਰ ਜਿਹੜਾ ਉਹ ਲਿਆਂਦਾ ਜਾਂਦਾ ਹਾਥੀ ਦੇ ਉੱਤੇ ਤੇ ਭੇਜਿਆ ਜਾਂਦਾ ਗਧੇ ਦੇ ਉੱਤੇ ਚੜਾ ਕੇ। ਸਾਰੇ ਬੈਠੇ ਸੀ, ਮੈਂ ਕਿਹਾ ਜੀ ਜਥੇਦਾਰ ਤਾਂ ਕਰਨਾ ਚਾਹੁੰਦੇ ਆ, ਪਰ ਇਹਨਾਂ ਦੀ ਕੋਈ ਟਨਿਓਰ ਹੀ ਨਹੀਂ, ਸਮਾਂ ਹੀ ਨਹੀਂ ਆ ਵੀ ਇਹਨਾਂ ਕੋਲੇ ਕਿੰਨਾ ਚਿਰ ਇਹਨਾਂ ਨੇ ਰਹਿਣਾ ਵਾ। ਇਹ ਰਾਤ ਨੂੰ ਜਥੇਦਾਰ ਸੌਂਦੇ ਆ, ਸਵੇਰ ਨੂੰ ਸਾਬਕਾ ਹੋ ਜਾਂਦੇ ਆ। ਬਦਕਿਸਮਤੀ ਇਹੀ ਆ ਕਿ ਗੱਲ ਇੱਥੇ ਆ ਕੇ ਨਿਬੜਦੀ, ਚਾਹੇ ਜਥੇਦਾਰ ਅਕਾਲ ਤਖਤ ਹੋਵੇ, ਚਾਹੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਵੇ, ਉਹ ਕਹਿੰਦੇ ਏਕਤਾ ਕਰ ਲਓ, ਪਰ ਬਾਦਲ ਪਰਿਵਾਰ ਦੀ ਬੈਨਰ ਹੇਠ ਉਹਦੀ ਸਰਪ੍ਰਸਤੀ। ਸਾਡੇ ਚੈਨਲ ਦੇ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ। ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਸਰਮੌਰ ਸੰਸਥਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿੱਖ ਕੌਮ ਦਾ ਆਗੂ ਜਿਹੜਾ ਹੈ, ਉਹ ਸਰਵਉੱਚ ਆਗੂ ਜਿਹੜਾ ਹੁੰਦਾ ਹੈ, ਬਾਕੀ ਸੰਪਰਦਾਵਾਂ ਤੋਂ ਉੱਪਰ ਉੱਠ ਕੇ ਜੇਕਰ ਦੇਖੀਏ ਤਾਂ ਸਿੱਖ ਕੌਮ ਨੂੰ ਲੀਡ ਕਰਨ ਦੇ ਲਈ ਜਿਹੜਾ ਸਾਡਾ ਆਗੂ ਹੈ, ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਹੁੰਦਾ ਹੈ। ਤਾਂ ਹਾਲ ਹੀ ਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਜਿਹੜਾ ਸੇਵਾ ਤੋਂ ਹਟਾ ਕੇ ਗੱਲ ਕੀਤੀ ਜਾ ਰਹੀ ਹੈ ਕਿ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸਿੰਘ ਸਾਹਿਬ ਜੀਆਂ ਨੂੰ ਉਹਨਾਂ ਦੀ ਸੇਵਾ ਤੋਂ ਹਟਾਇਆ ਨਹੀਂ ਗਿਆ, ਉਹਨਾਂ ਨੇ ਸਵੈ ਇੱਛਾ ਦੇ ਨਾਲ ਜਿਹੜਾ ਆਪਣੀ ਸੇਵਾ ਛੱਡੀ ਹੈ। ਮਸਲਾ ਕੋਈ ਵੀ ਹੋਵੇ, ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਇਸ ਖਾਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਮੌਜੂਦ ਨੇ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ, ਜੋ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਨੇ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਸ਼ਾ ਮੈਂ ਗੱਲ ਕੀਤੀ ਹੈ ਸਿੰਘ ਸਾਹਿਬ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਤੱਕ ਸੇਵਾ ਨਿਭਾ ਰਹੇ ਸੀ। ਅੱਜ ਤੋਂ ਬਾਅਦ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਹੀਂ ਨਿਭਾਉਣਗੇ। ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਜਾਂ ਉਹਨਾਂ ਦੀ ਜਗ੍ਹਾ ਤੇ ਕਿਸੇ ਨੂੰ ਹੋਰ ਸੇਵਾ ਸੰਭਾਉਣ ਦਾ ਜਿਹੜਾ ਵਿਧੀ ਵਿਧਾਨ ਹੈ ਉਹ ਕੀ ਹੋਣਾ ਚਾਹੀਦਾ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਜਾ ਰਿਹਾ ਕਿ ਸੇਵਾ ਤੋਂ ਨਹੀਂ ਹਟਾਇਆ ਗਿਆ। ਦੇਖੋ, ਸਭ ਤੋਂ ਪਹਿਲੀ ਗੱਲ ਤੇ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਆ, ਜਿੱਥੋਂ ਸਾਨੂੰ ਧਾਰਮਿਕ ਤੇ ਰਾਜਸੀ ਅਗਵਾਈ ਜਿਹੜੀ ਆ ਉਹ ਮਿਲਦੀ ਹੈ ਜੀ। ਉਸ ਅਹੁਦੇ ਤੇ ਕੋਈ ਵੀ ਵਿਅਕਤੀ ਬਿਰਾਜਮਾਨ ਹੋਵੇ, ਅਸੀਂ ਉਹਦਾ ਸਤਿਕਾਰ ਤੇ ਸਨਮਾਨ ਕਰਦੇ ਹਾਂ। ਵਿਅਕਤੀਗਤ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਅਸੀਂ ਸਨਮਾਨ ਕਰਦੇ ਹਾਂ ਤੇ ਗਿਆਨੀ ਰਘਬੀਰ ਸਿੰਘ ਉਹਨਾਂ ਦਾ ਵੀ ਅਸੀਂ ਸਨਮਾਨ ਕਰਦੇ ਹਾਂ। ਗੁਰਸਿੱਖ ਨੇ, ਵਿਦਵਾਨ ਨੇ ਜੀ, ਅਕਸਰ ਸਮਾਗਮਾਂ ਦੇ ਵਿੱਚ ਮਿਲਦੇ ਵੀ ਰਹਿੰਦੇ ਆ, ਗੱਲਬਾਤ ਵੀ ਹੁੰਦੀ ਰਹਿੰਦੀ ਆ। ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ, ਕਿਸੇ ਨੂੰ ਲਗਾ ਦਿੱਤਾ, ਕਿਸੇ ਨੂੰ ਹਟਾ ਦਿੱਤਾ ਜੀ, ਆਇਆ ਰਾਮ ਗਿਆ ਰਾਮ ਜੀ। ਇਸ ਪੱਖੇ ਤੋਂ ਜੇਕਰ ਨਿਰਪੱਖ ਦੇਖੀਏ ਤੇ ਕੌਮ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਜੀ ਕਿ ਕਿਸੇ ਨੂੰ ਹਟਾਤਾ, ਕਿਸੇ ਨੂੰ ਲਗਾਤਾ। ਜਿਹੜੇ ਨਿਗਾਰ ਵਿੱਚ ਕੌਮ ਨੂੰ ਲੈ ਗਏ ਆ, ਪੰਥ ਦੀਆਂ ਸੰਸਥਾਵਾਂ ਨੂੰ ਲੈ ਗਏ ਆ, ਇਹਦੇ ਵਿੱਚੋਂ ਕੱਢਣ ਵਾਸਤੇ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਗਾਉਣ ਤੇ ਹਟਾਉਣ ਦਾ ਵਿਧੀ ਵਿਧਾਨ ਹੋਣਾ ਚਾਹੀਦਾ ਜੀ। ਅਸੀਂ ਜਥੇਦਾਰਾਂ ਦੇ ਖਿਲਾਫ ਨਹੀਂ ਆ, ਅਸੀਂ ਸਿਸਟਮ ਦੇ ਖਿਲਾਫ ਆ। ਜਿਹੜੀ ਵਿਧੀ ਅਪਣਾਈ ਜਾਂਦੀ, ਜਿਹੜੀ ਪ੍ਰਣਾਲੀ ਅਪਣਾਈ ਜਾਂਦੀ ਹੈ ਹੁਣ ਜੀ, ਉਹ ਜਿਹੜੀ ਕਾਬਜ ਹੋਈ ਬੈਠੀ ਹੈ ਇਸ ਪ੍ਰਣਾਲੀ ਦੇ ਉੱਤੇ ਜੀ, ਉਹ ਲੀਡਰਸ਼ਿਪ, ਉਹ ਸਿਆਸੀ ਸਰਮਾਏਦਾਰ ਪਰਿਵਾਰ ਜਿਹੜਾ ਸਿੱਖ ਸਿਧਾਂਤਾਂ ਤੋਂ ਵਿਹੂਣਾ ਵਾ, ਸਖਣਾ ਵਾ ਜੀ, ਜਿਹੜਾ ਕੇਵਲ ਆਪਣੇ ਸਵਾਰਥ ਹੀ ਵੇਖਦਾ ਸੀ, ਉਸ ਚੀਜ਼ ਦੇ ਖਿਲਾਫ ਆ ਜੀ। ਵਿਅਕਤੀਗਤ ਤੌਰ ਤੇ ਅਸੀਂ ਜਥੇਦਾਰਾਂ ਦਾ ਸਨਮਾਨ ਕਰਦੇ ਹਾਂ, ਗਿਆਨੀ ਹਰਪ੍ਰੀਤ ਸਿੰਘ ਦਾ ਵੀ, ਗਿਆਨੀ ਰਘਬੀਰ ਸਿੰਘ ਦਾ ਵੀ, ਪਰ ਇਹ ਜਿਹੜਾ ਸਿਸਟਮ ਅਪਣਾਇਆ ਜਾਂਦਾ ਵਿਧੀ ਵਿਧਾਨ, ਇਹ ਬਿਲਕੁਲ ਗਲਤ ਆ। ਕੌਮ ਦੀ ਚਰੋਕਣੀ ਮੰਗ ਰਹੀ ਆ ਲੰਬੇ ਸਮੇਂ ਤੋਂ ਜੀ ਕਿ ਜਥੇਦਾਰ ਅਕਾਲ ਤਖਤ ਜਿਹੜੇ ਇਸ ਵੇਲੇ ਕੌਮ ਦੇ ਸਰਮੌਰ ਜਿਹੜੇ ਮੁੱਖ ਆਗੂ ਤੌਰ ਤੇ ਜਾਣੇ ਜਾਂਦੇ ਆ ਜੀ, ਵੀ ਉਹਨਾਂ ਨੂੰ ਲਗਾਇਆ ਕਿਵੇਂ ਜਾਵੇ, ਉਹਨਾਂ ਦਾ ਅਧਿਕਾਰ ਖੇਤਰ ਕੀ ਹੋਵੇ, ਉਹਨਾਂ ਦੀ ਉਪਜੀਵਕਾ ਕੀ ਹੋਵੇ, ਉਹਨਾਂ ਦਾ ਕੰਮ ਕਰਨ ਦਾ ਢੰਗ ਕੀ ਹੋਵੇ ਜੀ, ਉਹਨਾਂ ਦਾ ਕਾਰਜ ਖੇਤਰ ਕੀ ਹੋਵੇ, ਉਹਨਾਂ ਨੂੰ ਹਟਾਇਆ ਕਿਸ ਤਰ੍ਹਾਂ ਜਾਵੇ। ਇਹ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ। ਬਹੁਤ ਸਾਰੇ ਵਿਧੀ ਵਿਧਾਨ ਕੌਮ ਦੇ ਵਿੱਚ ਜਿਹੜੇ ਆ ਇਹ ਸਾਹਮਣੇ ਆਏ ਆ ਜੀ, ਬਹੁਤ ਵਾਰੀ ਵਿਚਾਰਾਂ ਹੋਈਆਂ, ਮੇਰੇ ਕੋਲ ਵੀ ਆ ਜੀ। ਵਿਦਵਾਨਾਂ ਵੱਲੋਂ, ਇੰਟੈਲੈਕਚੁਅਲ ਜਿਹੜੇ ਕੌਮ ਦੇ, ਉਹਨਾਂ ਵੱਲੋਂ ਬਣਾਏ ਹੋਏ ਉਹ ਜਿਹੜਾ ਵਿਧੀ ਵਿਧਾਨ ਆ, ਜੇ ਕੋਈ ਉਹਦੇ 'ਚ ਕੋਈ ਕਮੀ ਪੇਸ਼ੀ ਆ, ਕੌਮ ਬਹਿ ਕੇ ਕੱਢ ਲਵੇ ਤਾਂ ਉਹ ਵਿਧੀ ਵਿਧਾਨ ਅਪਣਾਏ ਜਾਣ, ਤਾਂ ਕਿ ਜਿਹੜੇ ਹਾਲਾਤ ਆ
ਉਹਨਾਂ ਚੋਂ ਨਿਕਲਿਆ ਜਾਵੇ ਤੇ ਉਸ ਵਿਧੀ ਵਿਧਾਨ ਅਨੁਸਾਰ ਜਦੋਂ ਜਥੇਦਾਰ ਲਗਾਏ ਜਾਣਗੇ ਫਿਰ ਨਿਰਪੱਖ ਫੈਸਲੇ ਆਉਣਗੇ, ਕੌਮ ਦਾ ਭਲਾ ਹੋਊ, ਸੰਸਥਾਵਾਂ ਦਾ ਭਲਾ ਹੋਊ, ਹਸਤੀ ਆਜ਼ਾਦ ਹੋਊਗੀ ਜੀ। ਅੱਜ ਜਿਹੜਾ ਹਾਲਾਤ ਆ ਨਾ ਇਹ ਬਹੁਤ ਚਿੰਤਾਜਨਕ ਆ ਤੇ ਕੌਮ ਦੀ ਬਦਕਿਸਮਤੀ ਆ ਜੀ ਕਿ ਅੱਜ ਇਹ ਜਿਹੜੀ ਪ੍ਰਣਾਲੀ ਚੱਲ ਰਹੀ ਆ ਤੇ ਇਹਨਾਂ ਹਾਲਾਤਾਂ 'ਚ ਜਿਹੜੀ ਕੌਮ ਆ ਉਹ ਨਿਕਲ ਰਹੀ ਹੈ। ਤੁਹਾਡੇ ਵੱਲੋਂ ਬਿਆਨ ਦਿੱਤਾ ਗਿਆ ਕਿ ਟਿਸ਼ੂ ਪੇਪਰ ਦੇ ਵਾਂਗੂ ਪੂੰਝ ਕੇ ਸਿੱਟ ਦਿੱਤਾ ਜਾਂਦਾ ਹੈ ਤੇ ਜਥੇਦਾਰ ਜਿਹੜਾ ਹੈ ਉਹ ਲਿਆਂਦਾ ਜਾਂਦਾ ਹਾਥੀ ਦੇ ਉੱਤੇ ਤੇ ਭੇਜਿਆ ਜਾਂਦਾ ਗਧੇ ਦੇ ਉੱਤੇ ਚੜਾ ਕੇ। ਇਹ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਤੁਹਾਡੇ ਵੱਲੋਂ ਕੀਤੀ ਗਈ ਹੈ ਕਿਸ ਹੱਦ ਤੱਕ ਉਹ ਜਾਇਜ਼ ਹੈ ਕਿ ਇੱਕ ਸਿੰਘ ਸਾਹਿਬ ਜੀ ਉਹ ਕਹਿ ਰਹੇ ਆ ਕਿ ਉਹਨਾਂ ਨੇ ਐਸਜੀਪੀਸੀ ਵਾਲੇ ਕਹਿ ਰਹੇ ਆ ਉਹਨਾਂ ਨੇ ਆਪਣੇ ਆਪ ਜਿਹੜੀ ਸੇਵਾ ਉਹ ਛੱਡੀ ਹੈ। ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਏਡੀਆਂ ਵੱਡੀਆਂ ਸੰਸਥਾਵਾਂ ਦੇ ਆਗੂ ਬਣ ਕੇ ਝੂਠ ਬੋਲਣਾ ਕੌਮ ਦੇ ਅੱਗੇ ਜੀ, ਕੌਮ ਦਾ ਆਈਵਾਸ਼ ਕਰਨ ਵਾਸਤੇ ਗੰਗਲੂਆਂ ਤੋਂ ਮਿੱਟੀ ਝਾੜਦਿਆਂ, ਇਹ ਬਹੁਤ ਹੀ ਮਾੜੀ ਗੱਲ ਹੈ ਜੀ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਰੁਤਬਾ ਬਹੁਤ ਵੱਡਾ ਜੀ, ਤੁਹਾਨੂੰ ਵੀ ਪੁੱਛ ਲਿਆ ਜਾਵੇ ਤਾਂ ਤੁਸੀਂ ਵੀ ਜਵਾਬ ਦੇ ਦੋਗੇ ਕਿ ਸ਼੍ਰੋਮਣੀ ਅੱਜ ਜਥੇਦਾਰ ਅਕਾਲ ਤਖਤ ਨੇ ਸਵੈਚਾ ਨਾਲ ਉਹਦਾ ਛੱਡਿਆ ਜੀ। ਕਿਸੇ ਆਮ ਸਿੱਖ ਨੂੰ ਵੀ ਪੁੱਛ ਲਓ, ਵੀ ਦੱਸ ਦੇਗਾ ਕਿ ਜ਼ਬਰਦਸਤੀ ਇਹ ਛਡਾਇਆ ਗਿਆ ਜੀ, ਜਦੋਂ ਕਿ ਛੱਡਿਆ ਨਹੀਂ ਗਿਆ ਜੀ। ਲਾਇਆ ਵੀ ਜ਼ਬਰਦਸਤੀ ਗਿਆ ਗਿਆਨੀ ਰਘਬੀਰ ਸਿੰਘ ਨੂੰ, ਕਿਉਂਕਿ ਉਹ ਤਾਂ ਹੈੱਡ ਗ੍ਰੰਥੀ ਦਰਬਾਰ ਸਾਹਿਬ ਲੱਗਣਾ ਚਾਹੁੰਦੇ ਸੀਗੇ ਜੀ। ਜੋ ਉਹਨਾਂ ਦੀ ਸਵੈਚਾ ਉਹਨਾਂ ਦੇ ਨੇੜਲੇ ਸਾਥੀਆਂ ਤੋਂ ਸਾਹਮਣੇ ਆਈ ਆ, ਜਥੇਦਾਰ ਅਕਾਲ ਤਖਤ ਨਹੀਂ, ਉਹ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੱਗਣਾ ਚਾਹੁੰਦੇ ਸੀ, ਉੱਥੇ ਸੇਵਾ ਨਿਭਾਉਣੀ ਚਾਹੁੰਦਾ ਸੀਗੇ। ਪਰ ਉਹਨਾਂ ਨੂੰ ਜਿਹੜਾ ਇੱਥੇ ਹਟਾਇਆ ਵੀ ਜ਼ਬਰਦਸਤੀ, ਲਗਾਇਆ ਵੀ ਜ਼ਬਰਦਸਤੀ ਕੀਤਾ ਕਿਹਨਾਂ ਨੇ? ਇੱਕ ਪਰਿਵਾਰ ਦੇ ਇਸ਼ਾਰੇ ਤੇ ਸ਼੍ਰੋਮਣੀ ਕਮੇਟੀ ਦੀ ਉਸ ਐਗਜ਼ੈਕਟਿਵ ਨੇ ਜਿਹੜੀ ਗੈਰ ਕਾਨੂੰਨੀ ਆ। 5 ਸਾਲ ਤੋਂ ਬਾਅਦ ਗੈਰ ਕਾਨੂੰਨੀ ਹੋ ਗਈ, 12 ਸਾਲ ਹੋ ਗਏ, ਚੋਣ ਹੀ ਨਹੀਂ ਹੋਈ ਉਸ ਦੀ ਜੀ। ਸੋ ਇਸ ਕਾਰਨ ਕਰਕੇ ਮੈਂ ਜਿਹੜੇ ਸ਼ਬਦ ਵਰਤੇ ਆ ਨਾ, ਇਹ ਸਿੱਖਾਂ ਦੀਆਂ ਭਾਵਨਾਵਾਂ ਨੇ। ਅੱਜ ਜੋ ਸਚਾਈ ਆ ਉਹਨੂੰ ਪੇਸ਼ ਕੀਤਾ। ਇਹਦੇ ਵਿੱਚ ਤੁਸੀਂ ਦੇਖੋ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਦੋਂ ਜਥੇਦਾਰ ਲਾਇਆ ਸੀ ਉਹ ਜੇਲ੍ਹ 'ਚ ਸੀਗੇ। ਜਦੋਂ ਉਹਨਾਂ ਦੀ ਰਿਹਾਈ ਹੋਈ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਲਿਆਂਦਾ ਗਿਆ ਤਾਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਵਾਗਤੀ ਗੇਟਾਂ ਦਾ ਹੜ ਸੀ, ਸੰਗਤਾਂ ਦਾ ਹੜ ਸੀ, ਗੱਡੀਆਂ ਦਾ ਹੜ ਸੀ, ਕਾਫਲੇ ਸੀ, ਹਾਥੀ ਤੇ ਚੜਾ ਕੇ ਲਿਆਉਣ ਵਾਲੀ ਗੱਲ ਸੀਗੀ ਜੀ। ਪਰ ਜਿੱਦਣ ਉਹਨਾਂ ਨੂੰ ਹਟਾਇਆ ਗਿਆ, ਸਰਦਾਰ ਬਾਦਲ ਤੇ ਸਰਦਾਰ ਟੌਹਰਾ ਦੀ ਲੜਾਈ ਸੀਗੀ ਜੀ। ਜਥੇਦਾਰ ਨੇ ਇਹੀ ਕਿਹਾ ਸੀ ਭਾਈ ਏਕਤਾ ਕਰ ਲਓ, ਉਦੋਂ ਤੱਕ ਚੁੱਪ ਰਹਿ ਜਾਓ ਜਦੋਂ ਤੱਕ ਖਾਲਸੇ ਦਾ 300 ਸਾਲਾ ਨਹੀਂ ਮਨਾਇਆ ਜਾਂਦਾ। ਮਹੀਨੇ 2 ਮਹੀਨਿਆਂ ਦੀ ਗੱਲ ਆ, ਉਦੋਂ ਬਾਅਦ 300 ਸਾਲਾ ਮਨਾਇਆ ਜਾਣਾ, ਉਦੋਂ ਬਾਅਦ ਤੁਸੀਂ ਆਪਸਾ ਜਿਹੜੇ ਵੱਖਰੇਵਾਂ ਉਹ ਦੂਰ ਕਰ ਲਿਓ ਜੀ। ਜੇ ਕੁਛ ਵੱਖਰੇ ਵੀ ਹੋਣਾ ਤਾਂ ਸਰਦਾਰ ਬਾਦਲ ਦਾ ਉਸ ਵੇਲੇ ਜਿਹੜਾ ਸੀਗਾ ਉਹ ਕਬਜ਼ਾ ਸੀਗਾ, ਸਰਦਾਰ ਬਾਦਲ ਦਾ ਬਹੁਮਤ ਸੀਗਾ। ਉਹਨਾਂ ਆਪਣੀ ਐਗਜ਼ੈਕਟਿਵ ਤੋਂ ਫੈਸਲਾ ਕਰਾ ਕੇ ਜਥੇਦਾਰ ਰਣਜੀਤ ਸਿੰਘ ਨੂੰ ਘਰ ਨੂੰ ਤੋਰਤਾ ਬੜੀ ਜ਼ਲਾਲਤ ਦੇ ਨਾਲ, ਜੋ ਗਧੇ ਤੇ ਚੜਾ ਕੇ ਤੋਰਨ ਵਾਲੀ ਗੱਲ ਸੀਗੀ ਬਿਲਕੁਲ। ਸੋ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਇਹ ਸ਼ਬਦ ਜਿਹੜੇ ਆ, ਜਿੱਥੇ ਤੱਕ ਜਥੇਦਾਰ ਦਾ ਉਹ ਵੀ ਸਤਿਕਾਰ ਆ, ਵਿਅਕਤੀਗਤ ਤੌਰ ਤੇ ਵੀ ਸਤਿਕਾਰ ਆ, ਰੁਤਬੇ ਦਾ ਵੀ ਸਤਿਕਾਰ ਆ ਤੇ ਅਸੀਂ ਸਮਰਪਿਤ ਸਿੱਖ ਆ। ਪਰ ਸਾਡੀ ਆਤਮਾ ਦੁਖੀ ਹੁੰਦੀ ਹੈ, ਦਿਲ ਦੁਖੀ ਹੁੰਦਾ ਇਹਨਾਂ ਹਾਲਾਤਾਂ ਨੂੰ ਵੇਖ ਕੇ ਕਿ ਇੱਕ ਸਿਆਸੀ ਪਰਿਵਾਰ ਨੇ ਕਿਵੇਂ ਤਮਾਸ਼ਾ ਬਣਾਤਾ ਸਾਡੀਆਂ ਸੰਸਥਾਵਾਂ ਦਾ, ਸਾਡੇ ਤਖਤਾਂ ਦਾ, ਸਾਡੀ ਸ਼੍ਰੋਮਣੀ ਕਮੇਟੀ ਦਾ, ਸਾਡੇ ਸ਼੍ਰੋਮਣੀ ਅਕਾਲੀ ਦਲ ਦਾ। ਹੁਣ ਤਾਂ ਕਰਕੇ ਕਿਹਾ ਕਿ ਵਰਤਦੇ ਆ, ਸਵਾਰਥ ਪੂਰੇ ਕਰਦੇ ਆ। ਜਦੋਂ ਸਵਾਰਥ ਪੂਰੇ ਹੋ ਜਾਂਦੇ ਆ, ਜਿਵੇਂ ਅਸੀਂ ਟਿਸ਼ੂ ਪੇਪਰ ਵਰਤ ਕੇ ਪੂੰਝ ਕੇ ਤੇ ਸਿੱਟ ਦਿੰਨੇ ਡਸਟਬਿਨ 'ਚ, ਇਸੇ ਤਰ੍ਹਾਂ ਕਰਦੇ। ਕਿੰਨਿਆਂ ਨੂੰ ਸਿੱਟਿਆ ਇਹਨਾਂ ਨੇ? ਪਹਿਲਾਂ ਦੇਖੋ ਵਰਤ ਕੇ, ਵਰਤ ਲਿਆ, ਸੌਦਾ ਸਾਧ ਦਾ ਮਾਫੀਨਾਮਾ ਕਰਾਤਾ, ਮੁੜ ਕੇ ਕਿਵੇਂ ਤੋਰਿਆ ਦੇਖੋ। ਉਸ ਵੇਲੇ ਦੇਖੋ ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਤੜਾਈਆਂ ਉਹਨਾਂ ਨੇ। ਰਿਸ਼ਤੇਦਾਰੀਆਂ ਵਿਦਾਂਤੀ ਸਾਹਿਬ ਨੂੰ ਜਿਸ ਵੇਲੇ ਲਾਇਆ ਜਾ ਰਿਹਾ, ਗੁਰਬਚਨ ਸਿੰਘ ਨੂੰ ਬਣਾਇਆ ਜਾ ਰਿਹਾ ਸੀ, ਤਾਂ ਉਸ ਵੇਲੇ ਸ਼ਾਇਦ ਬਹੁਤੇ ਸਿੱਖਾਂ ਨੂੰ ਨਾ ਪਤਾ ਹੋਵੇ ਵਿਦਾਂਤੀ ਸਾਹਿਬ ਦੀ ਬੇਟੀ ਤੇ ਜਥੇਦਾਰ ਗੁਰਬਚਨ ਸਿੰਘ ਦੇ ਬੇਟੇ ਦੀ ਇੰਗੇਜਮੈਂਟ ਹੋਈ ਸੀ, ਵਿਆਹ ਹੋਣਾ ਸੀ, ਪਰ ਉਹ ਮੰਗਣੀ ਟੁੱਟ ਗਈ ਇਸੇ ਵਜ੍ਹਾ ਕਰਕੇ ਕਿ ਉਹ ਜਿਸ ਨੂੰ ਹਟਾਇਆ ਜਾ ਰਿਹਾ ਸੀ ਉਹਨਾਂ ਦੀ ਬੇਟੀ ਸੀ ਤੇ ਜਿਹਨੂੰ ਲਾਇਆ ਜਾ ਰਿਹਾ ਸੀ ਉਹਨਾਂ ਦਾ ਬੇਟਾ। ਇੰਗੇਜਮੈਂਟ ਸੀਗੀ ਜੀ, ਪਰ ਉਹ ਸਿਰੇ ਨਹੀਂ ਚੜ ਸਕਿਆ। ਕਿਉਂ? ਐਸੇ ਕਰਕੇ ਸਿਆਸੀ ਬਲੀ ਦਿੱਤੀ ਗਈ, ਉਹਨਾਂ ਦੇ ਰਿਸ਼ਤੇ ਦੀ ਬਲੀ ਹੋ ਗਈ। ਸੋ ਇਸ ਤਰੀਕੇ ਮੁੜ ਕੇ ਉਹਨਾਂ ਨੂੰ ਵਰਤ ਕੇ ਸੌਦਾ ਸਾਧ ਨੂੰ ਮਾਫੀਨਾਮਾ ਦਵਾ ਕੇ ਗਿਆਨੀ ਗੁਰਬਚਨ ਸਿੰਘ ਦੇਖੋ ਚੰਗੇ ਕਥਾਵਾਚਕ, ਚੰਗੇ ਗੁਰਸਿੱਖ, ਦਰਸ਼ਨੀ ਸਰੂਪ ਉਹਨਾਂ ਦਾ, ਪਰ ਉਹਨਾਂ ਨੂੰ ਕਿਹੜੇ ਹਾਲਾਤਾਂ 'ਚ? ਗਿਆਨੀ ਮੱਲ ਸਿੰਘ ਕਿੰਨੇ ਵਿਦਵਾਨ ਸੀਗੇ, ਕਿੰਨੀਆਂ ਕਿਤਾਬਾਂ ਲਿਖੀਆਂ ਉਹਨਾਂ ਨੇ, ਪਰ ਉਹਨਾਂ ਤੋਂ ਮਾਫੀਨਾਮਾ ਕਰਾ ਕੇ ਕਿਹੜੇ ਹਾਲਾਤਾਂ 'ਚੋਂ ਗਏ? ਗਿਆਨੀ ਗੁਰਮੁਖ ਸਿੰਘ ਸੀ, ਇੱਥੇ ਸੇਵਾ ਨਿਭਾਉਂਦੇ ਸੀ, ਉਹਨਾਂ ਤੋਂ ਕਿਹੜੇ ਹਾਲਾਤਾਂ 'ਚੋਂ ਗਏ? ਫੈਸਲਾ ਜਦੋਂ ਉਹਨਾਂ ਤੋਂ ਕਰਾ ਲਿਆ, ਟਿਸ਼ੂ ਪੇਪਰ ਵਾਂਗੂ ਪੂੰਝ ਕੇ ਵਰਤ ਕੇ ਸਿੱਟਿਆ ਹੀ। ਸੰਗਤ ਦੇ ਵਿੱਚੋਂ ਸਤਿਕਾਰ ਜਿਹੜਾ ਉਹਨਾਂ ਦਾ ਉਹ ਖਤਮ ਹੋ ਗਿਆ, ਖਤਮ ਕੀਤਾ। ਕਰਦੇ ਆ ਇਹ ਫੈਸਲੇ ਇਹਨਾਂ ਦੇ ਹੁੰਦੇ, ਭੁਗਤਨੇ ਜਥੇਦਾਰਾਂ ਨੂੰ ਪੈਂਦੇ ਆ। ਅੱਜ ਰਘਬੀਰ ਸਿੰਘ ਉਹਨਾਂ ਨੂੰ ਕਿਹੜਾ ਨਹੀਂ ਪਤਾ ਵੀ ਉਹਨਾਂ ਨਾਲ ਜਿਹੜੀ ਅੱਜ ਹਰਪ੍ਰੀਤ ਸਿੰਘ ਨਾਲ ਹੋਈ ਉਹੀ ਰਘਬੀਰ ਸਿੰਘ ਨਾਲ ਹੋਣੀ ਆ। ਇਹੀ ਕੁਛ ਹੋਣਾ ਵਾ ਜੋ ਵਰਤਾਰਾ, ਜਿੰਨਾ ਚਿਰ ਸਿਸਟਮ ਨਹੀਂ ਸੁਧਰਦਾ। ਮੈਂ ਤਾਂ ਹੀ ਕਹਿਣਾ ਚਾਹੁੰਦਾ ਕਿ ਤਾਂ ਹੀ ਕੌਮ ਨੂੰ
ਕਿਸੇ ਹਟਾਏ ਗਏ ਜਥੇਦਾਰ ਦਾ ਗਮ ਨਹੀਂ ਆ ਤੇ ਕਿਸੇ ਲਿਆਂਦੇ ਗਏ ਦਾ ਸਵਾਗਤ ਨਹੀਂ, ਖੁਸ਼ੀ ਨਹੀਂ ਆ। ਕਾਰਨ ਕਿਉਂਕਿ ਉਹ ਸਿਸਟਮ ਦੇ ਖਿਲਾਫ ਆ, ਪਰ ਵਿਅਕਤੀਗਤ ਤੌਰ ਤੇ ਅਸੀਂ ਉਹਨਾਂ ਦਾ ਸਤਿਕਾਰ ਤੇ ਸਨਮਾਨ ਕਰਦੇ ਆ। ਗੁਰਮੁਖ ਨੇ, ਵਿਦਵਾਨ ਨੇ, ਅਕਸਰ ਸਮਾਗਮਾਂ 'ਚ ਮੇਲ ਜੋਲ ਹੁੰਦਾ ਰਹਿੰਦਾ, ਫਤਿਹ ਦੀ ਸਾਂਝ ਹੁੰਦੀ ਹੈ। ਸਿੱਖ ਕੌਮ ਦੇ ਅੱਗੇ ਵੱਡੀਆਂ ਚੁਣੌਤੀਆਂ ਨੇ ਬੰਦੀ ਸਿੱਖਾਂ ਦੀ ਰਿਹਾਈ। ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਸਿੱਖ ਕੌਮ ਜੂਝ ਰਹੀ ਸੀ, ਹੋਰ ਸਿੱਖ ਬੰਦੀ ਬਣਾ ਲਏ ਗਏ, ਵੱਡੀ ਚੁਣੌਤੀ ਹੈ। ਉਸ ਤੋਂ ਬਾਅਦ ਬੇਅਦਬੀ ਦੇ ਮਸਲੇ ਜਿਹੜੇ ਉਹਨਾਂ ਦਾ ਇਨਸਾਫ ਨਹੀਂ ਮਿਲ ਰਿਹਾ, ਵੱਡੀ ਚੁਣੌਤੀ ਹੈ ਸਿੱਖ ਕੌਮ ਦੇ ਅੱਗੇ। ਅਜਿਹੇ ਦੇ ਵਿੱਚ ਸਿੱਖ ਕੌਮ ਇਹ ਦੇਖ ਰਹੀ ਹੈ ਕਿ ਜਿਹੜੇ ਸਿੱਖ ਕੌਮ ਦੇ ਨੁਮਾਇੰਦੇ ਆ, ਜਿਹੜੇ ਆਗੂ ਹੈ, ਉਹ ਵੀ ਸਿੱਖ ਕੌਮ ਨੂੰ ਚੁਣਨ ਦਾ ਅਧਿਕਾਰ ਨਹੀਂ ਹੈ। ਇਸ ਪਰੰਪਰਾ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਗਲਤ ਹੈ ਨਾ। ਇਹਨਾਂ ਹਾਲਾਤਾਂ 'ਚੋਂ ਕੌਮ ਤਾਂ ਹੀ ਨਿਕਲ ਸਕਦੀ, ਬੰਦੀ ਸਿੰਘਾਂ ਦੀ ਰਿਹਾਈ ਆ, ਬੇਅਦਬੀਆਂ ਦਾ ਇਨਸਾਫ, ਤਾਂ ਹੀ ਕੁਝ ਹੋ ਸਕਦਾ ਜੇ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਆਜ਼ਾਦ ਹੋਣ ਦਾ, ਨਿਰਪੱਖ ਫੈਸਲੇ ਲੈਣ, ਗੁਰਬਾਣੀ ਤੇ ਗੁਰ ਇਤਿਹਾਸ ਦੇ ਰੋਸ਼ਨੀ ਦੇ ਵਿੱਚ ਸਿਧਾਂਤਾਂ ਅਨੁਸਾਰ ਫੈਸਲੇ ਹੋਣ, ਤਾਂ ਹੀ ਹੋ ਸਕਦਾ। ਉਹ ਨਿਰਪੱਖ ਨਾ ਹੋਣ ਕਰਕੇ ਫੈਸਲੇ, ਉਹ ਹਸਤੀਆਂ ਆਜ਼ਾਦ ਨਾ ਹੋਣ ਕਰਕੇ ਉਹਨਾਂ ਤੇ ਹਮੇਸ਼ਾ ਇਹ ਤਲਵਾਰ ਲਟਕਦੀ ਰਹਿੰਦੀ ਆ ਕਿ ਅੱਜ ਕੱਲ ਗਿਆਨੀ ਹਰਪ੍ਰੀਤ ਸਿੰਘ ਵੀ ਬੈਠੇ ਸੀ ਅਕਾਲ ਤਖਤ ਸਾਹਿਬ ਤੇ, ਗਿਆਨੀ ਰਘਵੀਰ ਸਿੰਘ ਵੀ ਬੈਠੇ, ਪੰਥ ਦੀਆਂ ਸੰਪਰਦਾਵਾਂ ਦੇ ਮੁਖੀ, ਟਕਸਾਲਾਂ ਦੇ ਮੁਖੀ ਬੈਠੇ ਸੀ। ਜਦੋਂ ਇਕੱਠ ਭਾਈ ਹਰਪ੍ਰੀਤ ਸਿੰਘ ਹੋਣਾ ਨੇ, ਸਿੰਘ ਸਾਹਿਬ ਨੇ ਸੱਦਿਆ ਸੀਗਾ ਗੁਰਬਾਣੀ ਦੀਆਂ ਲਗਾ ਮਾਤਰਾ ਬਦਲਣ ਦੇ ਵਿਰੋਧ ਵਿੱਚ, ਜੋ ਅਮਰੀਕਾ 'ਚ ਥਮਿੰਦਰ ਸਿੰਘ ਨਾਂ ਦੇ ਬੰਦੇ ਨੇ ਕੀਤਾ ਸੀ, ਤੇ ਮੈਨੂੰ ਵੀ ਸੱਦਾ ਸੀ, ਮੈਂ ਵੀ ਗਿਆ ਸੀਗਾ। ਜਦੋਂ ਮੈਨੂੰ ਸਮਾਂ ਦਿੱਤਾ ਸਾਰੇ ਬੈਠੇ ਸੀ, ਮੈਂ ਕਿਹਾ ਜੀ ਜਥੇਦਾਰ ਤਾਂ ਕਰਨਾ ਚਾਹੁੰਦੇ ਆ, ਪਰ ਇਹਨਾਂ ਦੀ ਕੋਈ ਟਨਿਓਰ ਹੀ ਨਹੀਂ, ਸਮਾਂ ਹੀ ਨਹੀਂ ਆ ਵੀ ਇਹਨਾਂ ਕੋਲੇ ਕਿੰਨਾ ਚਿਰ ਇਹਨਾਂ ਨੇ ਰਹਿਣਾ ਵਾ। ਇਹ ਰਾਤ ਨੂੰ ਜਥੇਦਾਰ ਸੌਂਦੇ ਆ, ਸਵੇਰ ਨੂੰ ਸਾਬਕਾ ਹੋ ਜਾਂਦੇ ਆ। ਇਹਨਾਂ ਨੂੰ ਪਤਾ ਹੀ ਨਹੀਂ। ਹੁਣ ਜਥੇਦਾਰ ਸਾਹਿਬ ਧਰਮ ਪ੍ਰਚਾਰ ਤੇ ਆਸਟ੍ਰੇਲੀਆ ਗਏ ਆ ਤੇ ਮਗਰੋਂ ਉਹਨਾਂ ਦੀਆਂ ਸੇਵਾਵਾਂ ਵਾਪਸ ਲੈ ਲਈਆਂ। ਤੇ ਇਸ ਕਾਰਨ ਕਰਕੇ ਜਦੋਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਡਾ ਕਾਰਜ ਖੇਤਰ ਕੀ ਆ, ਸਾਡੀ ਟਨਿਓਰ ਕਿੰਨੀ ਆ, ਕਦੋਂ ਤੱਕ ਰਹਿਣਾ, ਤੇ ਉਹਨਾਂ ਵਿਚਾਰੇ ਫੈਸਲੇ ਕੀ ਲੈਣੇ ਆ। ਇੱਕ ਪਰਿਵਾਰ ਦੀ ਤਲਵਾਰ ਲਟਕਦੀ ਰਹਿਣੀ ਆ। ਉਹ ਪਰਿਵਾਰ ਦੀ ਤਲਵਾਰ ਨੂੰ ਦੂਰ ਕਰਨ ਵਾਸਤੇ, ਉਹ ਜਿਹੜਾ ਕੁੰਡਾ ਉਹਨੂੰ ਦੂਰ ਕਰਨ ਲਈ ਕੌਮ ਨੂੰ ਹੰਬਲਾ ਮਾਰਨ ਦੀ ਲੋੜ ਆ। ਉਹਦੇ ਲਈ SGPC ਇਲੈਕਸ਼ਨ ਹੋਵੇ, ਸ਼੍ਰੋਮਣੀ ਕਮੇਟੀ ਦੇ ਪੰਥ ਜਿਹੜਾ ਉਹਦਾ ਆਪਣੇ ਹੱਕ ਦੀ ਵਰਤੋਂ ਕਰਕੇ ਉਹਨਾਂ ਨੂੰ ਬਾਹਰ ਕਰੇ, ਤਾਂ ਫਿਰ ਸਾਰੇ ਪੰਥ ਦਾ ਜਿਹੜਾ ਇਕੱਠਾ ਵਿਧੀ ਵਿਧਾਨ ਬਣੇ ਅਕਾਲ ਤਖਤ ਸਾਹਿਬ ਤੇ ਜਥੇਦਾਰਾਂ ਨੂੰ ਲਗਾਉਣ ਦਾ, ਹਟਾਉਣ ਦਾ, ਉਹਨਾਂ ਦੀ ਵਜੀਵਕਾ ਦਾ, ਉਹ ਸ਼੍ਰੋਮਣੀ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਨਾ ਹੋਵੇ ਜਥੇਦਾਰ। ਜਿਵੇਂ ਪਿੱਛੇ ਗੱਲ ਆਈ ਸੀ ਕਿ ਪੰਜ ਪਿਆਰਿਆਂ ਨੂੰ ਇਹ ਬਿਆਨ ਦਿੱਤਾ ਗਿਆ ਸੀਗਾ ਕਿ ਪੰਜ ਪਿਆਰੇ ਮੁਲਾਜ਼ਮ ਨੇ, ਤਾਂ ਕਿਤੇ ਨਾ ਕਿਤੇ ਤੁਸੀਂ ਇਹ ਦੇਖਦੇ ਹੋ ਕਿ ਜਥੇਦਾਰ ਨੂੰ ਵੀ ਮੁਲਾਜ਼ਮ ਬਣਾ ਕੇ ਪੇਸ਼ ਕੀਤਾ। ਦੇਖੋ ਇਹਨਾਂ ਨੇ ਤਾਂ ਇਹੀ ਹੈ ਇਹਨਾਂ ਦਾ ਕੁਝ, ਤਾਂ ਹੀ ਮੈਂ ਕਹਿੰਦਾ ਨਾ ਆਜ਼ਾਦ ਹੋਵੇ, ਇੱਕ ਐਸਾ ਖਜ਼ਾਨਾ ਹੋਵੇ। ਆ ਮੇਰੇ ਕੋਲੇ ਪਿਆ ਹੋਇਆ ਵਿਧੀ ਵਿਧਾਨ ਆ, ਇਹ ਇੱਕ ਸਿੱਖ ਇੰਟੈਲੈਕਚੁਅਲ ਦਾ ਲਿਖਿਆ ਹੋਇਆ ਇਹਦੇ ਵਿੱਚ ਬਕਾਇਦਾ ਜਥੇਦਾਰ ਸਾਹਿਬਾਨ ਦੀ ਪਦਵੀ, ਚੋਣ ਅਤੇ ਕਾਰਜ ਖੇਤਰ। ਇਹ ਭਾਈ ਹਰਸਿਮਰਨ ਸਿੰਘ, ਇਹਨਾਂ ਦੀ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀ ਸ੍ਰੀ ਅਨੰਦਪੁਰ ਸਾਹਿਬ ਆ। ਇਹਦੇ ਚ ਬਕਾਇਦਾ ਉਹਨਾਂ ਨੇ ਲਿਖਿਆ ਕਿ ਦੇਖੋ ਜਥੇਦਾਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦਾ ਖਜ਼ਾਨਾ, ਅਕਾਲ ਤਖਤ ਸਾਹਿਬ ਦੀ ਸਕੱਤਰੇਤ, ਅਕਾਲ ਤਖਤ ਜਥੇਦਾਰ ਦੀ ਸੇਵਾ ਮੁਕਤੀ, ਇਹ ਸਾਰਾ ਕੁਝ ਉਹਨਾਂ ਨੂੰ ਲਗਾਉਣ ਦਾ ਤਰੀਕਾ, ਉਹਨਾਂ ਦੀਆਂ ਜ਼ਿੰਮੇਵਾਰੀਆਂ। ਜੀ ਮੈਂ ਨਹੀਂ ਕਹਿੰਦਾ ਵੀ ਇਹ ਕੰਪਲੀਟ ਆ, ਮੈਂ ਕਹਿੰਦਾ ਜਿਹੜੀ ਕਮੀ ਪੇਸ਼ੀ ਉਹ ਵਿਦਵਾਨ ਬਹਿ ਕੇ ਕੱਢ ਲੈਣ, ਇਦਾਂ ਦਾ ਹੋਰ ਵੀ ਹੋਣਗੇ, ਮਿਲਾ ਲਿਆ ਜਾਵੇ। ਇਹ ਸਾਰਾ ਕੁਝ ਬਣ ਕੇ ਤਿਆਰ ਹੋ ਕੇ ਜਿਹੜਾ ਹੈਗਾ ਕੌਮ ਲਈ ਲਾਗੂ, ਪਰ ਲਾਗੂ ਉਹ ਨਹੀਂ ਹੋਣ ਦਿੰਦੇ ਜਿਹੜੇ ਕਾਬਜ ਨੇ। ਜਿਹੜਾ ਇਸ ਵੇਲੇ ਕਾਬਜ ਆ ਪਰਿਵਾਰ, ਜਿਹੜੇ ਇੱਕ ਦੇ ਹੱਥ 'ਚ ਲਗਾਮ ਆ ਸਾਰੀ, ਉਹ ਨਹੀਂ ਚਾਹੁੰਦਾ ਕਿ ਇਹ ਜਿਹੜੀ ਪੰਜ ਪ੍ਰਧਾਨੀ ਮਰਿਆਦਾ ਜਾਂ ਪ੍ਰਣਾਲੀ ਜਿਹੜੀ ਪੰਥ ਦੇ ਕੌਮ ਦੇ ਹੱਕ 'ਚ ਆਵੇ, ਤਾਂ ਹੀ ਆ ਸਾਰਾ ਕੁਝ ਜਿਹੜਾ ਨਿਗਾਰ ਆ ਇਹ ਹੋ ਰਿਹਾ। ਅਸੀਂ ਪਿੰਡ ਦਾ ਸਰਪੰਚ ਚੁਣਨਾ ਹੋਵੇ ਤਾਂ ਵੀ ਬਹੁਮਤ ਲੈਣੀ ਪੈਂਦੀ ਹੈ। ਇੱਕ ਸਟੇਟ ਦਾ ਸਹੀ ਮੁੱਖ ਮੰਤਰੀ ਬਣਾਉਣਾ ਹੈ, ਉਹਦੇ ਲਈ ਵੀ ਬਹੁਮਤ ਚਾਹੀਦੀ ਹੈ। ਪ੍ਰਧਾਨ ਮੰਤਰੀ ਲਈ ਦੇ ਵੀ ਬਹੁਮਤ ਚਾਹੀਦੀ ਹੈ। ਤਾਂ ਸਿੱਖ ਕੌਮ ਦੇ ਵਿੱਚ ਆਗੂ ਚੁਣਨਾ ਹੈ। ਸਰਬੱਤ ਖਾਲਸਾ ਬਹੁਮਤ ਦੇ ਲਈ ਵੀ ਵਰਤਿਆ ਗਿਆ। ਸਰਬੱਤ ਖਾਲਸਾ ਦੇ ਵਿੱਚ ਤੁਹਾਨੂੰ ਵੀ ਸੇਵਾਵਾਂ ਦਿੱਤੀਆਂ ਗਈਆਂ, ਜਥੇਦਾਰ ਚੁਣਿਆ ਗਿਆ, ਲੇਕਿਨ ਉਸ ਤੋਂ ਬਾਵਜੂਦ ਵੀ ਜਿਹੜਾ ਜਥੇਦਾਰ ਉਹ ਲੰਬਾ ਸਮਾਂ ਸੇਵਾ ਨਹੀਂ ਕਰ ਸਕੇ। ਕੀ ਉਹ ਸਾਰਾ ਵਰਤਾਂਤ ਕੀ ਰਿਹਾ? ਦੇਖੋ ਅਧਿਕਾਰ ਦੇ ਤੌਰ ਤੇ ਕਾਨੂੰਨੀ ਅਧਿਕਾਰ ਜਿਹੜਾ ਸੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ, ਅਸੀਂ ਝਗੜਾ ਨਹੀਂ ਸੀ ਕਰਨਾ ਚਾਹੁੰਦੇ। ਉਸ ਦਿਨ ਪੰਥ ਨੇ ਕਿਹਾ ਸੀ ਚਲੋ ਅੱਜ ਸੇਵਾਵਾਂ ਦਵਾ ਕੇ ਜਾਣਾ। ਜਦੋਂ 11 ਨਵੰਬਰ 2015 ਨੂੰ ਚੁਣਿਆ ਸੀ ਸਰਬੱਤ ਖਾਲਸਾ, ਕਹਿੰਦੇ ਚਲੋ ਅੱਜ ਹੀ ਦਵਾ ਕੇ, ਲੱਖਾਂ ਦਾ ਇਕੱਠ ਸੀ। ਅਸੀਂ ਕਹਿੰਦੇ ਨਹੀਂ, ਅਸੀਂ ਕੋਈ ਖੂਨ ਖਰਾਬਾ ਨਹੀਂ ਕਰਨਾ, ਕੋਈ ਇਸ ਤਰ੍ਹਾਂ ਦਾ ਮਾਨ ਮਰਿਆਦਾ ਨੂੰ ਭੰਗ ਨਹੀਂ ਕਰਨਾ। ਅਸੀਂ ਜਾਂਦੇ ਰਹੇ ਪਰ ਕਿਸੇ ਮਾਨ ਮਰਿਆਦਾ 'ਚ ਦਖਲਅੰਦਾਜ਼ੀ ਨਹੀਂ ਕੀਤੀ ਅਸੀਂ ਆਪਣਾ ਦਰਬਾਰ ਸਾਹਿਬ ਦੇ ਅੰਦਰ, ਭਾਵੇਂ ਕਿ ਉਹ ਬਹੁਤ ਕੁਝ ਵਾਅਦਾ ਕਰਦੇ ਰਹੇ।
ਸਰੋਪੇ ਚੱਕ ਕੇ ਭੱਜ ਗਏ। ਜੇ ਕਿਸੇ ਨੇ ਉੱਥੇ ਸਰੋਪੋ ਸਨਮਾਨ ਦੇਤਾ, ਉਹਦੀ ਬਦਲੀ ਕਿਸੇ ਦੀ ਲਖਨਊ ਕਰਤੀ, ਕਿਸੇ ਦੀ ਮਾਛੀਵਾੜਾ ਸਾਹਿਬ ਕਰਤੀ। ਉਹਨਾਂ ਵੱਲੋਂ ਬਹੁਤ ਧੱਕੇਸ਼ਾਹੀਆਂ ਹੁੰਦੀਆਂ ਰਹੀਆਂ, ਪਰ ਅਸੀਂ ਬਿਲਕੁਲ ਨਿਮਰਤਾ ਨਿਰਮਾਨਤਾ ਨਾਲ ਜਾਂਦੇ ਰਹੇ। ਉਹ ਅਧਿਕਾਰਤ ਤੌਰ ਤੇ ਨਹੀਂ, ਕਿਉਂਕਿ ਪੰਥ ਦੇ ਅੰਦਰ ਜਿਹੜਾ ਸੀ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਤੁਹਾਡੇ ਸਾਹਮਣੇ ਆ। ਸੋ ਤਾਂ ਹੀ ਸਰਬੱਤ ਖਾਲਸਾ ਦਾ ਵੀ ਵਿਧੀ ਵਿਧਾਨ ਆ ਮੇਰੇ ਕੋਲ ਹੈ। ਸਰਬੱਤ ਖਾਲਸਾ ਹੋਵੇ, ਸਰਬੱਤ ਖਾਲਸਾ ਦਾ ਵਿਧੀ ਵਿਧਾਨ ਹੋਵੇ, ਸਰਬੱਤ ਖਾਲਸਾ ਦੇ ਅਨੁਸਾਰ ਜਥੇਦਾਰ ਚੁਣੇ ਜਾਣ, ਸਰਬੱਤ ਖਾਲਸਾ ਕਿਹਨੂੰ ਕਿਹਾ ਜਾਵੇ, ਕਿਵੇਂ, ਸਾਰਾ ਕੁਛ ਹੈ। ਇਹ ਸਾਰਾ ਕੁਛ ਤਾਂ ਹੋ ਸਕਦਾ ਜੇ ਅਕਾਲ ਤਖਤ ਸਾਹਿਬ ਆਜ਼ਾਦ ਹੋਵੇ। ਅਕਾਲ ਤਖਤ ਸਾਹਿਬ ਤੇ ਜਿਹੜੇ ਬਹੁਮਤ ਦੀ ਗੱਲ ਵੀ ਛੱਡੋ, ਗੁਣਵਾਨ ਗੁਣਤੰਤਰ, ਭੀੜ ਤੰਤਰ ਨਹੀਂ, ਗੁਣਤੰਤਰ ਹੋਵੇ, ਚੰਗੇ ਵਿਦਵਾਨ ਗੁਣਵਾਨ ਜਿਹੜੇ ਆ 5-10 ਪਹਿਲਾਂ ਕੱਢ ਲਏ ਜਾਣ, ਫਿਰ ਉਹਨਾਂ ਦੇ ਉੱਤੇ ਚਰਚਾ ਹੋ ਕੇ ਫਿਰ ਉਹਨਾਂ ਚੋਂ 5 ਚੋਂ ਇੱਕ ਅਕਾਲ ਤਖਤ ਦਾ ਜਥੇਦਾਰ। ਇਹ ਸਾਰਾ ਸਰਬਸੰਮਤੀ ਦੇ ਨਾਲ ਜਿਹੜਾ ਇਹ ਹੋਣਾ ਚਾਹੀਦਾ ਵਾ। ਸਿੱਖ ਸੰਪਰਦਾਵਾਂ, ਟਕਸਾਲਾਂ, ਜਥੇਬੰਦੀਆਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਰਾਏ ਲੈ ਕੇ, ਤਾਂ ਫਿਰ ਜਿਹੜਾ ਉਹ ਅਕਾਲ ਤਖਤ ਦਾ ਜਥੇਦਾਰ ਬਣੂਗਾ ਉਹ ਨਿਰਪੱਖ ਹੋਊਗਾ। ਉਹਨੂੰ ਕੋਈ ਫਿਕਰ ਨਹੀਂ ਹੋਊਗਾ ਨਾ ਖਜ਼ਾਨੇ ਦਾ ਨਾ ਸੇਵਾ ਮੁਕਤੀ ਦਾ। ਉਹਨੂੰ ਪਤਾ ਉਹ ਮੇਰਾ 5 ਸਾਲ ਦਾ ਕਾਰਜਕਾਲ ਆ ਜਾਂ 4 ਸਾਲ ਦਾ ਕਾਰਜਕਾਲ ਆ, ਤਾਂ ਉਹ ਫਿਰ ਉਹ ਜ਼ਿੰਮੇਵਾਰੀਆਂ ਨਿਰਪੱਖ ਨਿਭਾਊਗਾ ਤੇ ਕੌਮ ਜਿਹੜੀ ਚੜ੍ਹਦੀ ਕਲਾ ਵਾਲੇ ਪਾਸੇ ਜਾਊਗੀ। ਤੁਹਾਡੇ ਮੁਤਾਬਕ ਸਿੰਘ ਸਾਹਿਬ ਦਾ ਜਿਹੜੀਆਂ ਸੇਵਾਵਾਂ ਹੈ ਉਹਨਾਂ ਦਾ ਵੀ ਦਾਇਰਾ ਹੋਣਾ ਚਾਹੀਦਾ ਹੈ, ਔਰ ਉਹਨਾਂ ਜਿਹੜਾ ਕਾਰਜਕਾਲ ਹੈ ਉਹ ਵੀ ਸੀਮਤ ਹੋਣਾ ਚਾਹੀਦਾ ਹੈ। ਨਹੀਂ, ਸੀਮਤ ਨਹੀਂ, ਕਿੱਥੋਂ ਤੱਕ ਆ, ਕੀ ਅਧਿਕਾਰ ਖੇਤਰ ਆ, ਉਹ ਸਾਰਾ ਕੁਛ ਇਹਦੇ ਵਿੱਚ। ਜਿਹੜੀਆਂ ਚੀਜ਼ਾਂ ਦੀ ਲੋੜ ਹੀ ਨਹੀਂ ਉਹ ਨਾ ਹੋਵੇ, ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਹੋਵੇ, ਉਹ ਪਾਸੇ ਨਾ ਰੱਖੀਆਂ ਜਾਣ। ਅਧਿਕਾਰ ਖੇਤਰ, ਕਾਰਜ ਖੇਤਰ, ਕੰਮ ਕਰਨ ਦਾ ਤਰੀਕਾ, ਕਾਰਜਸ਼ੈਲੀ, ਕਾਰਜ ਖੇਤਰ, ਇਹ ਸਾਰਾ ਕੁਛ ਉਹਨਾਂ ਦਾ ਜਿਹੜਾ ਹੈਗਾ ਇਹ ਬਕਾਇਦਾ ਇਹਦੇ ਚ ਕਾਫੀ ਕੁਛ ਲਿਖਿਆ ਹੋਇਆ ਵਾ। ਕੁਛ ਹੋਰ ਵੀ ਤੈਅ ਕਰਨਾ ਉਹ ਵੀ ਕਰ ਲਿਆ ਜਾ ਸਕਦਾ ਸਰਬਸੰਮਤੀ ਨਾਲ, 1 ਹਫ਼ਤੇ ਚ ਹੋ ਸਕਦਾ। ਮੈਂ ਕਹਿੰਦਾ ਬਾਹਲਾ ਲੰਬਾ ਵੀ ਛੱਡੋ, 7 ਦਿਨ ਅਕਾਲ ਤਖਤ ਸਾਹਿਬ ਤੇ ਸਾਰੇ ਸੰਪਰਦਾਵਾਂ, ਟਕਸਾਲਾਂ, ਜਥੇਬੰਦੀਆਂ ਦੇ ਮੁਖੀ ਬਿਠਾ ਦੋ, ਵਿਚਾਰ ਚਰਚਾ ਕਰਕੇ, ਇੰਟੈਲੈਕਚੁਅਲ ਬੁੱਧੀਜੀਵੀ, ਤੇ ਜਿਹੜਾ ਰਿਜ਼ਲਟ ਹੈ ਉਹ ਕੌਮ ਦੇ ਸਾਹਮਣੇ ਰੱਖ ਦੋ ਹਫ਼ਤੇ ਬਾਅਦ, ਤੇ ਸਾਰਾ ਕੁਛ ਹੀ ਹੋ ਜਾਊਗਾ। ਪਰ ਇਹ ਜੇ ਕਰਨਾ ਚਾਹੋ ਤਾਂ ਵਾ ਨਾ, ਕਰਨਾ ਕੋਈ ਨਹੀਂ ਚਾਹੁੰਦਾ। ਏਕਤਾ ਸਾਰੇ ਕਹਿੰਦੇ, ਏਕਤਾ ਕੋਈ ਨਹੀਂ ਕਰਨੀ ਚਾਹੁੰਦਾ। ਏਕਤਾ ਦੀਆਂ ਗੱਲਾਂ ਚੱਲੀਆਂ ਪਿੱਛੇ ਜੇ, ਤੁਸੀਂ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਜਾਂਦੇ ਰਹੇ, ਪਰ ਤੁਹਾਡੇ ਵੱਲੋਂ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਕਿ ਏਕਤਾ ਫਿਰ ਹੋਵੇਗੀ, ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਉਹ ਬਾਹਰ ਕੀਤਾ ਜਾਵੇ। ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਜਿਹੜਾ ਸੀਗਾ ਉਹ ਕਮੇਟੀ ਬਣੀ 9 ਮੈਂਬਰੀ, ਜਿਹਦੇ ਚ ਮੈਨੂੰ ਵੀ ਪਾਇਆ। ਤਾਂ ਮੈਂ ਕਿਹਾ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਸੰਘਰਸ਼ ਕਰਾਉਣਾ, ਪਰ ਜਿਨ੍ਹਾਂ ਨੇ ਬੰਦੀ ਬਣਾਏ ਆਪ ਸਰਕਾਰ ਚ ਹੁੰਦਿਆਂ ਉਹ ਇਹ ਕਮੇਟੀ ਦੇ ਮੈਂਬਰ ਕਿਵੇਂ ਹੋ ਸਕਦੇ? ਜਿਹੜੇ ਬੰਦੀ ਬਣਾਉਂਦੇ ਰਹੇ, ਬੰਦੀਆਂ ਨੂੰ ਅੱਤਵਾਦੀ ਕਹਿੰਦੇ ਰਹੇ, ਉਹ ਅੱਜ ਇਹ ਕਮੇਟੀ ਦੇ ਮੈਂਬਰ ਕਿਵੇਂ ਹੋ ਸਕਦੇ? ਇਹਨਾਂ ਨੂੰ ਬਾਹਰ ਕਰੋ। ਪਰ ਬਦਕਿਸਮਤੀ ਇਹੀ ਆ ਕਿ ਗੱਲ ਇੱਥੇ ਆ ਕੇ ਨਿਬੜਦੀ, ਚਾਹੇ ਜਥੇਦਾਰ ਅਕਾਲ ਤਖਤ ਹੋਵੇ, ਚਾਹੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਵੇ। ਉਹ ਕਹਿੰਦੇ ਏਕਤਾ ਕਰ ਲਓ, ਪਰ ਬਾਦਲ ਪਰਿਵਾਰ ਦੀ ਬੈਨਰ ਹੇਠ, ਉਹਦੀ ਸਰਪ੍ਰਸਤੀ ਚ, ਉਹਦੀ ਪ੍ਰਧਾਨਗੀ ਚ, ਉੱਥੇ ਉਹਨਾਂ ਨੂੰ ਹੁਣ ਕੋਈ ਮੰਨਦਾ ਨਹੀਂ ਆ। ਸਾਡਾ ਕੋਈ ਜਾਤੀ ਰੌਲਾ ਨਹੀਂ ਆ ਬਾਦਲ ਪਰਿਵਾਰ ਨਾਲ, ਕੋਈ ਵੱਟ ਦਾ ਰੌਲਾ ਜਾਂ ਜ਼ਮੀਨ ਦਾ। ਉਹ ਸਰਮਾਏਦਾਰ ਬੰਦੇ, ਅਸੀਂ ਆਮ ਸਿੱਖ, ਕੋਈ ਤਾਲਮੇਲ ਨਹੀਂ ਬਣਦਾ। ਪਰ ਅਸੀਂ ਸਿਰਫ ਸਿਧਾਂਤਕ ਗੱਲ ਪਿੱਛੇ ਗਏ ਨੇ। ਉਹ ਸਰਮਾਇਆ ਆਪਣਾ ਜਾ ਕੇ ਕੰਮਕਾਰ ਕਰਨ, ਬੜੀ ਵੱਡੀ ਟਰਾਂਸਪੋਰਟ ਆ, ਜ਼ਮੀਨਾਂ, ਜਾਇਦਾਦਾਂ, ਟੀਵੀ ਚੈਨਲ, ਬਹੁਤ ਕੁਛ ਆ, ਉਹ ਜਾ ਕੇ ਆਪਦਾ ਬਿਜ਼ਨਸ ਕਰਨ। ਕਿਉਂ ਪੰਥ ਦਾ ਨੁਕਸਾਨ ਕਰ ਰਹੇ ਆ? ਕੌਮ ਨਹੀਂ ਮੰਨਦੀ ਅੱਜ। ਉਹ ਅਕਾਲੀ ਦਲ ਜਿਹੜਾ ਸੱਤਾ ਚ ਨਾ ਹੋਵੇ ਤਾਂ ਵਿਰੋਧੀ ਧਿਰ ਚ ਜ਼ਰੂਰ ਹੁੰਦਾ ਸੀ, ਅੱਜ 2 ਸੀਟਾਂ ਤੇ ਆ ਗਿਆ। ਤੀਜੀ ਬਹੁਜਨ ਸਮਾਜ ਪਾਰਟੀ ਦੀ ਆ, ਅਲਾਇੰਸ ਦੀ। ਸੋ ਇਸ ਕਾਰਨ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਨਾਲ ਕਿੱਦਾਂ ਏਕਤਾ ਹੋ ਸਕਦੀ ਹੈ, ਜਿਨ੍ਹਾਂ ਨੇ ਸਿੱਖਾਂ ਦੇ ਕਾਤਲਾਂ ਨੂੰ DGP ਲਾਇਆ ਹੋਵੇ, ਜਿਨ੍ਹਾਂ ਦੇ ਰਾਜ ਚ ਬਾਣੀ ਦੀਆਂ ਬੇਅਦਬੀਆਂ ਜਾਂ ਹੋਣ, ਜਿਨ੍ਹਾਂ ਨੇ ਸਿੱਖ ਭਾਵਨਾਵਾਂ ਭੜਕਾਉਣ ਵਾਲੇ ਨੂੰ ਮਾਫੀਨਾਮਾ ਦਿੱਤਾ ਹੋਵੇ, ਉਹਦੇ ਪਰਚੇ ਵਾਪਸ ਲਏ ਹੋਣ, ਜਿਨ੍ਹਾਂ ਨੇ ਸਿੱਖ ਪ੍ਰਚਾਰ ਕਰਨ ਵਾਲਿਆਂ ਨੂੰ ਜੇਲ੍ਹਾਂ ਚ ਡੱਕਿਆ ਹੋਵੇ, ਉਹਨਾਂ ਨੂੰ ਕਿਵੇਂ ਆਪਾਂ ਜਿਹੜਾ ਕਰ ਸਕਦੇ? ਦੱਸੋ ਜੀ। ਸਿੰਘ ਸਾਹਿਬ ਜੀ, ਤੁਸੀਂ ਇਸ ਖਾਸ ਮਸਲੇ ਦੇ ਉੱਤੇ ਆਪਣੇ ਕੀਮਤੀ ਵਿਚਾਰ ਸਾਡੇ ਚੈਨਲ ਦੇ ਜ਼ਰੀਏ ਸਾਂਝੇ ਕੀਤੇ ਆ, ਤਾਂ ਸਾਡੇ ਚੈਨਲ ਵੱਲੋਂ, ਸਾਡੀ ਟੀਮ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਿੰਘ ਜੀ, ਤੁਹਾਡਾ ਵੀ ਧੰਨਵਾਦ, ਤੁਹਾਡੇ ਚੈਨਲ ਦਾ ਵੀ ਤੇ ਸਾਰੇ ਸਰੋਤਿਆਂ ਦਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਉਹਨਾਂ ਨੂੰ ਨਾਲ ਕਿੱਦਾਂ ਏਕਤਾ ਹੋ ਸਕਦੀ ਹੈ, ਜਿਨ੍ਹਾਂ ਨੇ ਸਿੱਖਾਂ ਦੇ ਕਾਤਲਾਂ ਨੂੰ DGP ਲਾਇਆ ਹੋਵੇ, ਜਿਨ੍ਹਾਂ ਦੇ ਰਾਜ ਚ ਬਾਣੀ ਦੀਆਂ ਬੇਅਦਬੀਆਂ ਜਾਂ ਹੋਣ, ਜਿਨ੍ਹਾਂ ਨੇ ਸਿੱਖ ਭਾਵਨਾਵਾਂ ਭੜਕਾਉਣ ਵਾਲੇ ਨੂੰ ਮਾਫੀਨਾਮਾ ਦਿੱਤਾ ਹੋਵੇ, ਉਹਦੇ ਪਰਚੇ ਵਾਪਸ ਲਏ ਹੋਣ।